ਕੈਨੇਡਾ ਦੇ ਕੇਂਦਰੀ ਹੈਲਥ ਮਿਨਿਸਟਰ ਪੇਟੀ ਹਾਈਦੂ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਵਾਸਤੇ 2-2 ਇੰਜੈਕਸ਼ਨ ਲਗਵਾਉਣ ਵਾਲੇ ਕੈਨੇਡੀਅਨਜ਼ ਨੂੰ ਸਰਕਾਰ ਵੈਕਸੀਨੇਸ਼ਨ ਸਰਟੀਫਿਕੇਟ ਜਾਰੀ ਕਰੇਗੀ ਤਾਂ ਕਿ ਉਹ ਅੰਤਰਰਾਸ਼ਟਰੀ ਯਾਤਰਾ ਕਰ ਸਕਣ। ਇਹਨਾਂ ਸਰਟੀਫਿਕੇਟਸ ਨੂੰ ਹੀ ਵੈਕਸੀਨ ਪਾਸਪੋਰਟ ਦਾ ਨਾਮ ਦਿੱਤਾ ਜਾ ਸਕੇਗਾ। ਹਾਈਦੂ ਨੇ ਆਖਿਆ ਕਿ ਆਉਂਦੇ ਸਮੇਂ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਕੋਲੋਂ ਇਸ ਸਰਟੀਫਿਕੇਟ ਜਾਂ ਵੈਕਸੀਨ ਪਾਸਪੋਰਟ ਦੀ ਮੰਗ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਕੋਲ ਇਹ ਹੋਣਾ ਚਾਹੀਦਾ ਹੈ। ਇਸ ਲਈ ਫੈਡਰਲ ਸਰਕਾਰ ਇਹ ਸਰਟੀਫਿਕੇਟ ਜਾਰੀ ਕਰੇਗੀ। ਮਿਨਿਸਟਰ ਹਾਈਦੂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਹੀ G7 ਦੇਸ਼ਾਂ ਦੇ ਹੈਲਥ ਮਿਨਿਸਟਰਸ ਦਰਮਿਆਨ ਇਸ ਮੁੱਦੇ ਉੱਪਰ ਚਰਚਾ ਹੋ ਚੁੱਕੀ ਹੈ। ਓਨਟਾਰੀਓ ਵੱਲੋਂ ਸਾਰੇ ਬਾਲਗਾਂ ਦੇ ਲਈ ਵੈਕਸੀਨੇਸ਼ਨ ਸ਼ੁਰੂ ਕੀਤੇ ਜਾਣ ਦੇ ਦਾਅਵਿਆਂ ਦੀ ਉਸ ਸਮੇਂ ਹਵਾ ਨਿਕਲ ਗਈ ਜਦੋਂ ਯੋਰਕ ਰੀਜਨ ਵੱਲੋਂ ਇਹ ਆਖ ਕੇ ਹੱਥ ਖੜੇ ਕਰ ਦਿੱਤੇ ਗਏ ਕਿ ਉਹਨਾਂ ਕੋਲ ਇਸ ਉਮਰ ਵਰਗ ਵਾਲੀ ਤਬਦੀਲੀ ਦੇ ਲਈ ਲੋੜੀਂਦੀ ਸਪਲਾਈ ਹੀ ਨਹੀਂ ਹੈ। ਵੈਕਸੀਨ ਦੀ ਘਾਟ ਕਰਕੇ ਸੋਮਵਾਰ ਨੂੰ ਕੈਨੇਡਾਜ਼ ਵੰਡਰਲੈਂਡ, ਜਾਰਜੀਨਾ ਆਈਸ ਪਲੇਸ ਅਤੇ ਰਿਚਮੰਡ ਗ੍ਰੀਨ ਨੂੰ ਵੈਕਸੀਨ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ। ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਨ ਵਾਲੇ ਯੋਰਕ ਰੀਜਨ ਨੇ ਆਖਿਆ ਕਿ ਉਹਨਾਂ ਵੱਲੋਂ ਵੱਧ ਤਰਜੀਹ ਵਾਲੇ ਕਮਿਊਨਿਟੀਜ਼ ਦੇ 18 ਤੋਂ 34 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਜਾਂ 50 ਤੋਂ 59 ਸਾਲ ਦੀ ਉਮਰ ਵਰਗ ਦੇ ਲੋਕਾਂ ਦੇ ਲਈ ਵੈਕਸੀਨੇਸ਼ਨ ਦੇ ਲਈ ਬੁਕਿੰਗ ਨਹੀਂ ਕੀਤੀ ਜਾਵੇਗੀ। ਹਾਲਾਂਕਿ ਰੀਜਨ ਦਾ ਕਹਿਣਾ ਹੈ ਇਹ ਗਰੁੱਪ ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਦੀ ਵਰਤੋਂ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। ਉਧਰ ਪੀਲ ਰੀਜਨ ਦੇ ਵੱਲੋਂ ਇੱਕ ਵੈਕਸੀਨ ਸਟੈਂਡ ਬਾਈ ਲਿਸਟ ਜਾਰੀ ਕੀਤੀ ਗਈ ਹੈ ਜਿਸ ਨਾਲ ਸਥਾਨਕ ਵਾਸੀਆਂ ਨੂੰ ਕੋਵਿਡ-19 ਕਲੀਨਿਕਸ ਵਿੱਚ ਬਚੀਆਂ ਹੋਈਆਂ ਡੋਜ਼ਸ ਲਗਵਾਉਣ ਦਾ ਮੌਕਾ ਮਿਲੇਗਾ। ਸੋਮਵਾਰ ਸਵੇਰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਵਿੱਚ 300 ਲੋਕਾਂ ਨੂੰ ਆਪਣਾ ਨਾਂ ਇਸ ਸਟੈਂਡ ਬਾਈ ਲਿਸਟ ਵਿੱਚ ਸ਼ਾਮਿਲ ਕਰਵਾਉਣ ਦੀ ਖੁੱਲ੍ਹ ਦੇਣਗੇ। ਇਸ ਰਿਲੀਜ਼ ਵਿੱਚ ਇਹ ਵੀ ਆਖਿਆ ਗਿਆ ਕਿ ਵੈਕਸੀਨੇਸ਼ਨ ਡੋਜ਼ਸ ਵੈਸੇ ਤਾਂ ਸਟੋਰੇਜ ਤੋਂ ਉਨੀਆਂ ਹੀ ਲਈਆਂ ਜਾ ਸਕਦੀਆਂ ਹਨ ਜਿੰਨੀਆਂ ਇੱਕ ਦਿਨ ਦੀਆਂ ਅਪਾਇੰਟਮੈਂਟਸ ਹੁੰਦੀਆਂ ਨੇ, ਪਰ ਹਰੇਕ ਦਿਨ ਦੇ ਖਤਮ ਹੋਣ ਉੱਤੇ ਕਿਸੇ ਵਿਅਕਤੀ ਵੱਲੋਂ ਕਲੀਨਿਕ ਉੱਤੇ ਨਾ ਆਉਣ ਕਾਰਨ ਅਪਾਇੰਟਮੈਂਟ ਰੱਦ ਕਰਵਾਉਣ ਕਾਰਨ ਕੁਝ ਡੋਜ਼ਸ ਬਚੀਆਂ ਰਹਿ ਜਾਂਦੀਆਂ ਨੇ। ਇਸ ਲਿਸਟ ਦਾ ਮਕਸਦ ਇਹ ਹੈ ਕਿ ਕੋਈ ਵੀ ਡੋਜ਼ ਬਰਬਾਦ ਨਾ ਹੋਵੇ। ਇਸ ਸਟੈਂਡ ਬਾਈ ਲਿਸਟ ਵਿੱਚ ਉਹੀ ਲੋਕ ਆਪਣਾ ਨਾਮ ਦਰਜ ਕਰਵਾ ਸਕਦੇ ਨੇ ਜਿਹੜੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ ਇਸ ਸਮੇਂ ਯੋਗ ਹਨ। ਅਧਿਕਾਰੀਆਂ ਨੇ ਆਖਿਆ ਕਿ ਅਜਿਹੇ ਰੈਜ਼ੀਡੈਂਟਸ ਨੂੰ ਕਾਲ ਕੀਤੇ ਜਾਣ ਤੋਂ 15 ਤੇ 30 ਮਿੰਟ ਦੇ ਅੰਦਰ ਪਹੁੰਚਣ ਲਈ ਤਿਆਰ ਰਹਿਣਾ ਹੋਵੇਗਾ। ਇਹ ਲਿਸਟ ਹਰ ਐਤਵਾਰ ਨੂੰ ਰਾਤ 11:59 ਉੱਤੇ ਕਲੀਅਰ ਕਰ ਦਿੱਤੀ ਜਾਵੇਗੀ ਤੇ ਉਸ ਸਮੇਂ ਰੈਜ਼ੀਡੈਂਟਸ ਮੁੜ ਇਸ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਨੇ। ਅਧਿਕਾਰੀਆਂ ਨੇ ਆਖਿਆ ਕਿ ਸਟੈਂਡ ਬਾਈ ਲਿਸਟ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਸ਼ਾਮਿਲ ਹੋਣਗੇ ਉਹ ਅਜੇ ਵੀ ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਰਾਹੀਂ ਅਪਾਇੰਟਮੈਂਟ ਬੁੱਕ ਕਰਵਾ ਸਕਣਗੇ ਕਿਉਂਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਉਹਨਾਂ ਨੂੰ ਸ਼ਾਟ ਲੱਗੇ ਜਾਂ ਨਾ। ਓਨਟਾਰੀਓ ਦੀ 에ਅਰ ਐਂਬੂਲੈਂਸ ਪੈਰਾਮੈਡਿਕਸ ਵੱਲੋਂ ਹੜਤਾਲ ਉੱਤੇ ਜਾਣ ਦਾ ਸੰਕੇਤ ਦਿੱਤਾ ਗਿਆ। ਇਹਨਾਂ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਤਨਖਾਹਾਂ ਉੱਤੇ ਰੋਕ ਲਗਾਉਣ ਵਾਲੇ ਪ੍ਰੋਵਿੰਸ਼ੀਅਲ ਕਾਨੂੰਨ ਤੋਂ ਜੇ ਉਹਨਾਂ ਨੂੰ ਛੋਟ ਨਾ ਦਿੱਤੀ ਗਈ ਤਾਂ ਉਹਨਾਂ ਕੋਲ ਹੜਤਾਲ ਤੋਂ ਛੁੱਟ ਹੋਰ ਕੋਈ ਤਰੀਕਾ ਨਹੀਂ ਰਹਿ ਜਾਵੇਗਾ। 에ਅਰ ਐਂਬੂਲੈਂਸ ਔਰੇਂਜ ਦੇ ਵਰਕਰ ਦੀ ਅਗਵਾਈ ਕਰਨ ਵਾਲੀ ਯੂਨੀਅਨ ਯੂਨੀਫੋਰਡ ਨੇ ਦੱਸਿਆ ਕਿ ਇਸ ਸਮੇਂ 94% ਪੈਰਾਮੈਡਿਕਸ ਹੜਤਾਲ ਦੇ ਹੱਕ ਵਿੱਚ ਹਨ। ਔਰੇਂਜ ਪੈਰਾਮੈਡਿਕਸ ਵੱਲੋਂ ਬਿੱਲ 124 ਦੇ ਸਬੰਧ ਵਿੱਚ ਗੱਲ ਕੀਤੀ ਜਾ ਰਹੀ ਹੈ। ਇਹ ਬਿੱਲ 2019 ਵਿੱਚ ਪ੍ਰਭਾਵੀ ਹੋਇਆ ਸੀ। ਇਸ ਤਹਿਤ ਪਬਲਿਕ ਸੈਕਟਰ ਵੇਜ ਵਿੱਚ ਸਾਲ ਦਾ ਸਿਰਫ 1% ਵਾਧਾ ਕਰਨ ਦੀ ਗੱਲ ਆਖੀ ਗਈ ਸੀ। ਯੂਨੀਫੋਰਡ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਡੀ ਡਾਇਸ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਆਖਿਆ ਇਹ ਵੇਜ ਕੈਪ ਕਾਨੂੰਨ ਬੇਕਾਰ ਹੈ। ਉਹਨਾਂ ਆਖਿਆ ਕਿ 1% ਵਾਧਾ ਮਹਿੰਗਾਈ ਦਰ ਨਾਲੋਂ ਕਿਤੇ ਘੱਟ ਹੈ। ਉਹਨਾਂ ਆਖਿਆ ਕਿ ਹੁਣ ਬਹੁਤ ਹੋ ਚੁੱਕਿਆ ਹੈ। ਅਸੀਂ ਲੋਕਾਂ ਨੂੰ ਇਹੋ ਨਹੀਂ ਦੱਸ ਸਕਦੇ ਕਿ ਉਹਨਾਂ ਦੀ ਕੀ ਅਹਿਮੀਅਤ ਹੈ। ਫਿਰ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਜਾਂਦਾ ਜਿਸ ਨਾਲ ਉਹਨਾਂ ਦੇ ਪ੍ਰੋਵਿੰਸ ਦੇ ਹੋਰਨਾਂ ਪੈਰਾਮੈਡਿਕਸ ਨਾਲੋਂ ਵੱਖਰਾ ਕਰਕੇ ਫੈਸਲਾ ਕੀਤਾ ਜਾਂਦਾ। ਇਹ ਤਾਂ ਕੋਈ ਤੁਕ ਹੀ ਨਹੀਂ ਬਣਦੀ। ਉਹਨਾਂ ਆਖਿਆ ਕਿ ਬੀਤੇ ਦਿਨੀ ਯੂਨੀਅਨ ਦੇ ਮੈਂਬਰਾਂ ਵੱਲੋਂ ਇਸੇ ਲਈ ਵੋਟਿੰਗ ਕਰਵਾਈ ਗਈ ਸੀ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਉਹ ਹੜਤਾਲ ਕਰਨੀ ਚਾਹੁੰਦੇ ਨੇ ਜਾਂ ਨਹੀਂ। ਅਮਰੀਕਾ ਦਾ ਰੁਖ ਕਰੀਏ ਤਾਂ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਕਾਰਪੋਰੇਸ਼ਨਸ ਅਤੇ ਸਭ ਤੋਂ ਅਮੀਰ ਅਮਰੀਕੀਆਂ ਲਈ ਆਪਣਾ ਬਣਦਾ ਹਿੱਸਾ ਦੇਣ ਦਾ ਆਰੰਭ ਕਰਨ ਦਾ ਸਮਾਂ ਆ ਗਿਆ ਕਿਉਂਕਿ ਬਾਈਡਨ ਨੇ ਵਰਜੀਨੀਆ ਵਿੱਚ ਇੱਕ ਸਮਾਰੋਹ ਵਿੱਚ $4 ਟ੍ਰਿਲੀਅਨ ਦੇ ਬੁਨਿਆਦੀ ਢਾਂਚੇ ਅਤੇ ਭਲਾਈ ਦੀਆਂ ਯੋਜਨਾਵਾਂ ਤਿਆਰ ਕੀਤੀਆਂ। ਨਾਰਫੋਕ ਦੇ ਵਿੱਚ ਇੱਕ ਕਮਿਊਨਿਟੀ ਕਾਲਜ ਵਿੱਚ ਬੋਲਦਿਆਂ ਬਾਈਡਨ ਨੇ ਆਖਿਆ ਕਿ 1.8 ਟ੍ਰਿਲੀਅਨ ਅਮਰੀਕੀ ਪਰਿਵਾਰਾਂ ਦੀ ਯੋਜਨਾ ਅਤੇ 2 ਟ੍ਰਿਲੀਅਨ ਇਨਫਰਾਸਟ੍ਰਕਚਰ ਯੋਜਨਾ ਨੂੰ ਫੰਡ ਦੇਣ ਲਈ ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਉੱਤੇ ਟੈਕਸ ਵਧਾਉਣ ਦਾ ਫੈਸਲਾ ਲਿਆ ਗਿਆ। ਇਹ ਪੈਕੇਜ ਬੱਚਿਆਂ ਦੀ ਦੇਖਭਾਲ ਦੇ ਲਈ ਫੰਡ ਮੁਹੱਈਆ ਕਰਵਾਉਣਗੇ, ਮੁਫਤ ਯੂਨੀਵਰਸਲ ਪ੍ਰੀ ਸਕੂਲ ਵਿੱਚ ਨਿਵੇਸ਼ ਕਰਨਗੇ ਅਤੇ ਅਮਰੀਕਾ ਦੀ ਆਵਾਜਾਈ ਅਤੇ ਜਨਤਕ ਮਕਾਨਾਂ ਨੂੰ ਦੁਬਾਰਾ ਬਣਾਉਣਗੇ। ਬਾਈਡਨ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਉਹ ਸਮਾਂ ਆ ਗਿਆ ਜਦੋਂ ਅਸੀਂ ਸਿਰਫ ਬਹੁਤ ਅਮੀਰ ਹੋਣ ਦੀ ਥਾਂ ਮਜ਼ਦੂਰ ਜਮਾਤ ਦੇ ਪਰਿਵਾਰਾਂ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਟੈਕਸ ਬ੍ਰੇਕ ਅਤੇ ਟੈਕਸ ਲਾਭ ਦੇਣਾ ਸ਼ੁਰੂ ਕਰਾਂਗੇ। Folks, trickle-down economics has never worked. For too long, we've had an economy that gives every break in the world to the folks who need it the least. It's time to grow the economy from the bottom up and the middle out. We can choose to give hard-working families a break, a tax break in effect. We can choose to invest in our students.
We can choose an economy that rewards work, not just wealth, and that chooses the choice I'm making, and the vast majority of American people support, is let's give people a shot. Given even half a chance, the American people have never, ever, ever let their country down. Imagine if we give them a full chance. Imagine what it would mean for them and their families and for our country. We're the United States of America. There's nothing we've been unable to do when we do it together. So let's get together. Let's get this done. Because the truth of the matter is that we can do this and grow the economy. I won't go on all the other statistics, but the plan is estimated to grow the economy another $1 trillion. This will grow the economy. Everybody will be better off. Here's what the American Family Plan doesn't do. It doesn't add a single penny to our deficit. It's paid for by making sure corporate America and the wealthiest 1% just pay their fair share. I come from the corporate capital of the world. More corporations are incorporated in the state of Delaware than all the rest of the nation combined. And I'm not anti-corporate, but it's about time they start paying their fair share. It's about making a choice. You know, we have out there this year, you have 50 corporations making $40 billion that didn't pay a single penny in taxes, not a single penny. I don't want to punish anybody, but everybody should chip in. Everybody should pay something along the road here. The choice is about who the economy serves. And so I plan on giving tax breaks to the working class folks and making everybody pay their fair share. Here's an example of that choice. If you ask the top 1% to pay the same tax rate they paid in 2001 when George Bush was president, that would generate $13 billion a year. Now that's enough for us to take around 11 of that 13 billion and provide for 2 years of community college free for every student in America. So what's fair? Go from 36 to 39.6% like it used to be, and be able to take care of what's better. Just think about it in terms of what's better for America, not Democrat, Republican, individual. What's going to grow America more? What's going to grow America more? What's going to make us more competitive, stronger? What's going to make us better educated? So for folks at home, I'd like to ask a question. Do we want to give the wealthiest people in America another tax cut? Or do you want to give every high school graduate the ability to earn a community college degree on their way to good paying jobs or on their way to 4 years of school in industries of the future? Healthcare, IT, cybersecurity, you name it. ਪ੍ਰੈਸ ਆਜ਼ਾਦੀ ਦਿਹਾੜੇ ਤੇ ਅਮਰੀਕਾ ਨੇ ਸਰਕਾਰਾਂ ਦੇ ਇੰਟਰਨੈਟ ਸ਼ਟਡਾਊਨ ਕਰਨ ਦਾ ਵਿਰੋਧ ਕਰਦਿਆਂ ਇਸ ਨੂੰ ਆਨਲਾਈਨ ਆਜ਼ਾਦੀ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਦਮਨ ਦੱਸਿਆ। ਨਾਲ ਹੀ ਵਿਸ਼ਵ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੱਤਰਕਾਰਾਂ ਤੇ ਮੀਡੀਆ ਮੁਲਾਜ਼ਮਾਂ ਦੇ ਖਿਲਾਫ ਸਾਰੇ ਕਿਸਮ ਦੇ ਅਪਰਾਧਾਂ ਪ੍ਰਤੀ ਜਵਾਬਦੇਹ ਬਣਨ ਤੇ ਉਸ ਦੀ ਜਾਂਚ ਕਰਵਾਉਣ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਮੰਗਲਵਾਰ ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਕੌਮਾਂਤਰੀ ਫਿਰਕੇ ਨਾਲ ਜੁੜੇਗਾ। ਉਹਨਾਂ ਨੇ ਕਿਹਾ ਕਿ ਸੂਚਨਾ ਤੇ ਗਿਆਨ ਸ਼ਕਤੀਸ਼ਾਲੀ ਉਪਕਰਨ ਹਨ। ਆਜ਼ਾਦ ਅਤੇ ਨਿਰਪੱਖ ਪ੍ਰੈਸ ਉਹ ਮੁੱਖ ਸੰਸਥਾ ਹੈ ਜੋ ਜਨਤਾ ਨੂੰ ਉਸ ਲਈ ਜ਼ਰੂਰੀ ਸੂਚਨਾਵਾਂ ਨਾਲ ਜੋੜਦੀ ਹੈ। ਇਸ ਲਈ ਉਹਨਾਂ ਨੂੰ ਆਪਣੀ ਗੱਲ ਰੱਖਣ ਦੀ ਜ਼ਰੂਰਤ ਹੈ। ਉਹਨਾਂ ਨੇ ਸੂਚਨਾ ਸੰਬੰਧੀ ਫੈਸਲਾ ਲੈਣ ਤੇ ਸਰਕਾਰੀ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ ਦੱਸੀ। ਅਮਰੀਕਾ ਨੇ ਆਨਲਾਈਨ, ਆਫਲਾਈਨ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੀ ਪੈਰਵੀ ਕਰਦਿਆਂ ਕਿਹਾ ਕਿ ਖਸ਼ੋਗੀ ਬੈਨ ਨੂੰ ਲਾਗੂ ਕਰਨਾ ਗਲਤ ਹੈ। ਜਮਾਲ ਖਸ਼ੋਗੀ ਸਾਊਦੀ ਅਰਬ ਦਾ ਪੱਤਰਕਾਰ ਸੀ ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ। ਸਾਲ 2020 ਪੱਤਰਕਾਰਾਂ ਦੀ ਸੁਰੱਖਿਆ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਅਮਰੀਕੀ ਡਿਪਲੋਮੈਟ ਨੇ ਕਿਹਾ ਕਿ ਮੈਕਸੀਕੋ ਤੇ ਅਫਗਾਨਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਪੱਤਰਕਾਰਾਂ ਦੀ ਹੱਤਿਆ ਹੋਈ ਹੈ। ਚੀਨ, ਤੁਰਕੀ ਅਤੇ ਮਿਸਰ ਵਿੱਚ ਸਭ ਤੋਂ ਜ਼ਿਆਦਾ ਪੱਤਰਕਾਰਾਂ ਨੂੰ ਕੈਦ ਕੀਤਾ ਗਿਆ।